ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਦੁੱਲਾ ਸਾਹਿਬ, ਵਾਹਿਗੁਰੂ ਜੀ का खालसा वाहिगुरू जी की फतेह। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ। ਪਹਿਲਾਂ ਤਾਂ ਦੋਨੋਂ ਹੱਥ ਜੋੜ ਕੇ ਮਾਫੀ ਕਿ ਤੁਹਾਨੂੰ 3-4 ਮਿੰਟ ਹੋਲਡ ਤੇ ਰਹਿਣਾ ਪਿਆ। ਵਾਹਿਗੁਰੂ ਜੀ, ਇਹ ਦੇਖੋ ਜੀ, ਇਹ ਰੰਗਲਾ ਪੰਜਾਬ ਆ, ਇੱਥੇ 2-3 ਮਿੰਟ ਇੱਥੇ ਤਾਂ ਲੋਕੀ ਬਹੁਤ ਦੇਰ ਵੇਟ ਕਰਦੇ ਰਹਿੰਦੇ ਆ। ਤੇ ਬਾਕੀ ਜਿਹੜਾ ਹੈਗਾ ਬਿਜ਼ਨਸ ਭਰਾ ਸਾਡੇ, ਉਹਨਾਂ ਦੀ ਵੀ ਆਪਾਂ ਇਨਫੋਰਮੇਸ਼ਨ ਸਾਂਝੀ ਕਰਨੀ ਹੁੰਦੀ ਹੈ। ਉਹ ਬਿਜ਼ਨਸ ਚੱਲਦੇ ਆ ਤਾਂ ਪ੍ਰੋਗਰਾਮ ਚੱਲਦੇ ਆ। ਤੁਸੀਂ ਤਾਂ ਆਲਰੇਡੀ ਬਹੁਤ ਜ਼ਿਆਦਾ ਕਹਿ ਲਓ ਵੀ ਆਪਣਾ ਦਸਵੰਧ ਟਾਈਮ ਕੱਢਦੇ ਹੀ ਰਹਿੰਦੇ ਆ ਕਮਿਊਨਿਟੀ ਨਿਊਜ਼ ਲਈ ਵੀ, ਗੁਰਦੁਆਰਾ ਸਾਹਿਬਾਨਾਂ ਲਈ, ਜੋ ਮਰਜ਼ੀ ਹੋਏ। ਜੀ ਜੀ, ਥੈਂਕ ਯੂ। ਅੱਛਾ, ਕੱਲ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਹੋਣਾ ਦੇ ਅਕਾਲ ਚਲਾਣੇ ਉੱਥੇ ਦਾਹ ਸੰਸਕਾਰ ਤੋਂ ਬਾਅਦ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਕੁਝ ਪਲ ਗੱਲਾਂ ਬਾਤਾਂ ਹੋਈਆਂ। ਹਾਂਜੀ, ਵੱਡੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਜਿੱਥੇ ਦਾਹ ਸੰਸਕਾਰ ਦੇ ਮੌਕੇ 'ਤੇ ਵੀ ਪਹੁੰਚੀਆਂ, ਕਿਉਂਕਿ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਹੋਣਾ ਦਾ ਸ਼ੁਰੂਆਤ ਤੋਂ ਲੈ ਕੇ ਸੰਘਰਸ਼ਮਈ ਜੀਵਨ ਜਦੋਂ ਆਪਾਂ ਪੜ੍ਹਦੇ ਸੁਣਦੇ ਹਾਂ ਵੇਖਦੇ ਹਾਂ, ਇਕੱਲਾ ਰੇਡੀਓ ਨਹੀਂ, ਟੈਲੀਵਿਜ਼ਨ ਨਹੀਂ, ਅਖਬਾਰ ਨਹੀਂ, ਉਹਨਾਂ ਨੇ ਇੱਕ ਡਾਇਰੈਕਟਰੀ ਵੀ ਕੱਢੀ ਕੇਸਰੀ ਪੇਜ ਉਸਤੇ। ਉਸ ਤੋਂ ਬਾਅਦ ਪਹਿਲਾਂ ਜੇ ਇੱਕ ਮੁੱਢਲੇ ਰੂਪ ਦੇ ਵਿੱਚ ਵੇਖੀਏ ਕਬੱਡੀ, ਫਿਰ ਡੀਸੀ ਰੋਡ ਗੁਰਦੁਆਰਾ ਸਾਹਿਬ ਦੇ ਜਿਹੜੀ ਹੈ ਅਦਾਰੇ ਦੇ ਨਾਲ ਵੀ ਲੰਬੇ ਸਮੇਂ ਤੋਂ ਅਕਸਰ ਉਹਨਾਂ ਦੇ ਦਰਸ਼ਨ ਉੱਥੇ ਹੋ ਜਾਂਦੇ ਸਨ, ਜੁੜੇ ਹੋਏ ਸਨ। ਹਾਂਜੀ, ਕੱਲ੍ਹ ਸ਼ਰਧਾਂਜਲੀ ਦੇ ਮੌਕੇ 'ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਪਹੁੰਚੀਆਂ, ਪਲੱਸ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਹੋਈ, ਉੱਥੇ ਆਪਣੀ ਮੁਲਾਕਾਤ ਹੋਈ। ਅਤੇ ਕੱਲ੍ਹ ਤੁਸੀਂ ਜੋ ਦੱਸਿਆ ਕਿ ਚੋਣਾਂ ਆ ਰਹੀਆਂ ਨੇ ਜੀ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੀਆਂ, ਅਤੇ ਇਹਦੇ ਬਾਰੇ ਪਹਿਲਾਂ ਆਪਾਂ ਇਨਫੋਰਮੇਸ਼ਨ, ਤੁਸੀਂ ਹੰਸਰਾ ਸਾਹਿਬ ਬਾਰੇ ਕੁਝ ਕਹਿਣਾ ਚਾਹੋ ਤਾਂ ਆਪਾਂ ਸ਼ੁਰੂਆਤ ਕਰ ਲਈਏ। ਬਿਲਕੁਲ ਜੀ, ਬਿਲਕੁਲ। ਚਾਵਲਾ ਜੀ, ਕਿਰਤ ਕਰਦੇ ਹਾਂ ਆਪਾਂ, ਸਾਰੇ ਪਰਿਵਾਰ ਪਾਲਦੇ ਹਾਂ, ਕੰਮ ਕਾਰ ਕਰਦੇ ਹਾਂ, ਜਿੱਥੇ ਜਿੱਥੇ ਡਿਊਟੀ ਲੱਗੀ ਕਰਦੇ ਹਾਂ, ਪਰ ਇਹਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਟਾਈਮ ਕੱਢ ਕੇ ਆਪਣੀ ਕਮਿਊਨਿਟੀ ਲਈ, ਪੰਥ ਲਈ, ਕੌਮ ਲਈ ਕੰਮ ਕਰਨਾ, ਮੇਰਾ ਖਿਆਲ ਹੈ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਸਾਰੇ ਅੰਡਰਸਟੈਂਡ ਕਰਦੇ ਹਾਂ ਕਿੰਨਾ ਔਖਾ। ਜੀ ਜੀ, ਇੰਨਾ ਸੌਖਾ ਨਹੀਂ ਹੈਗਾ। ਚਾਹੇ ਕੋਈ ਕਿਸੇ ਵੀ ਧਾਰਮਿਕ ਦਾਇਰੇ ਵਿੱਚ, ਸਮਾਜਿਕ ਦਾਇਰੇ ਵਿੱਚ, ਜਾਂ ਤੁਸੀਂ ਸਪੋਰਟਸ ਦੇ ਵਿੱਚ ਲਾ ਲਓ, ਟਾਈਮ ਕੱਢਣਾ ਇੰਨਾ ਔਖਾ। ਪਰ ਤੁਸੀਂ ਨਾ ਹੰਸਰਾ ਸਾਹਿਬ ਦੀ ਲਾਈਫ ਦੇਖੋ, ਪਹਿਲੇ ਤੋਂ ਜਦੋਂ ਦੇ ਆਏ ਹੋਏ ਆ, ਕਿਉਂਕਿ ਮੈਨੂੰ ਵੀ ਤਕਰੀਬਨ ਮੈਂ 88 ਤੋਂ ਉਹਨਾਂ ਨੂੰ ਜਦੋਂ ਉੱਥੇ ਉਦੋਂ ਦਾ ਮਿਲਿਆ ਹੋਇਆ, ਹੁਣ ਤੱਕ ਉਹਨਾਂ ਨੇ ਜਿਹੜਾ ਜੀਵਨ ਦੇਖਿਆ, ਕਿੰਨਾ ਟਾਈਮ ਉਹਨਾਂ ਨੇ ਸਾਡੀ ਕਮਿਊਨਿਟੀ ਲਈ ਸਮਰਪਿਤ ਕੀਤਾ। ਵਿਚਾਰ ਆਪਣੇ ਅੱਡ ਅੱਡ ਹੋ ਸਕਦੇ ਨੇ, ਪਰ ਜਿਹੜਾ ਆਖਿਰਕਾਰ ਤੁਸੀਂ ਕੌਮ ਦੀ ਲਈ ਜਾਂ ਕਮਿਊਨਿਟੀ ਲਈ ਇੰਨਾ ਕੰਮ ਕਰਨਾ, ਇੰਨੇ ਆਵਰਸ ਲਾਉਣੇ, ਸਲੂਟ ਆ ਉਹਨਾਂ ਨੂੰ। ਉਹਨਾਂ ਦਾ ਉਹ ਸਾਡੇ ਕੋਲ ਚਲੇ ਗਏ ਨੇ। ਬਹੁਤ ਇਕੱਠ ਕੱਲ੍ਹ ਗੁਰਦੁਆਰਾ ਸਾਹਿਬ ਵੀ ਤੇ ਫਿਊਨਰਲ ਹੋਮ ਵੀ ਹੋਇਆ। ਸੋ ਸਤਿਗੁਰਾਂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਜਣਾ, ਪਿੱਛੇ ਪਰਿਵਾਰ ਆ, ਬੱਚੇ ਆ, ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸੋ ਇਸੇ ਤਰ੍ਹਾਂ ਆਓ ਰਲ ਮਿਲ ਕੇ ਆਪਾਂ ਸਾਰੇ ਆਪਣੀ ਕੌਮ ਦੀ, ਕਮਿਊਨਿਟੀ ਦੀ ਸੇਵਾ ਕਰਦੇ ਰਹੀਏ। ਅਕਸਰ ਤੁਸੀਂ ਇੱਕ ਦਿਨ ਕੁਐਸਚਨ ਮੈਂ ਵੀ ਸੁਣ ਰਿਹਾ ਸੀ ਰੇਡੀਓ ਤੋਂ, ਤੁਸੀਂ ਆਵਾਜ਼ ਕੱਢੀ, ਤੁਸੀਂ ਸੰਗਤਾਂ ਨੂੰ ਕਿਹਾ ਵੀ ਦੱਸੋ ਆਵਾਜ਼ ਪਹਿਲੋਂ ਕਿਹਨਾਂ ਦੀ ਸੀ ਇਹ, ਤੇ ਰਾਈਟ ਵੇ ਪਹਿਲਾਂ ਜਦੋਂ ਤੁਹਾਡੀ ਆਵਾਜ਼ ਤੇ ਬਿਲਕੁਲ ਉਹਨਾਂ ਦੀ ਆਵਾਜ਼ ਲੋਕਾਂ ਨੂੰ ਕਨਫਿਊਜ਼ ਹੁੰਦਾ ਸੀ, ਕਿਉਂਕਿ ਰੇਡੀਓ ਪ੍ਰੋਗਰਾਮ ਉਹ ਵੀ ਕਰਦੇ ਹੁੰਦੇ ਸੀ ਪਹਿਲੋਂ। ਹੁਣ ਤਾਂ ਚਲੋ ਖੈਰ ਦੇਰ ਹੋ ਗਈ। ਉਸ ਅਕਸਰ ਉਹ ਜਿਹੜੀ ਆਵਾਜ਼ ਸੀਗੀ, ਇੱਕ ਉਹ ਆਵਾਜ਼ ਸਾਡੇ ਕੋਲ ਸਦਾ ਲਈ ਚਲੇ ਗਈ ਹੈ। ਉਹਨਾਂ ਨੇ ਇੱਕ ਡਾਇਰੈਕਟਰੀ ਕੱਢਦੇ ਹੁੰਦੇ ਸੀ, ਤੇ ਡਾਇਰੈਕਟਰੀ ਦੀ ਇਨਫੋਰਮੇਸ਼ਨ ਭੇਜੀ ਤੇ ਮੈਨੂੰ ਨਾਲ ਕਿਹਾ ਕਿ ਕਰੋੜ ਕੇ ਬੋਲਣਾ। ਮੈਂ ਕਿਹਾ ਤੁਹਾਡੇ ਵਾਂਗੂ? ਕਹਿੰਦੇ ਹਾਂ, ਫਿਰ ਕਰਕੇ ਦਿਖਾਏ। ਉਹ ਬੋਲਦੇ ਹੁੰਦੇ ਸੀਗੇ 905 455 99 99 905 455 9999 ਪ੍ਰਾਊਡ ਟੂ ਬੀ ਇਨ ਇਟ। ਮਤਲਬ ਜਦੋਂ ਮੈਂ ਫਿਰ ਕਮਰਸ਼ੀਅਲ ਤਿਆਰ ਕੀਤੀ ਤੇ ਕਹਿੰਦੇ ਯਾਰ ਹੁਣ ਤੇ ਮੈਂ ਵੀ ਕਨਫਿਊਜ਼ ਹੋ ਜਾਣਾ। ਕਹਿ ਰਹੀ ਬਈ ਜੀ ਚਲੋ ਜ਼ਿਆਦਾ ਰਹਿ ਗਈਆਂ, ਜ਼ਿਆਦਾ ਰਹਿ ਜਾਂਦੀਆਂ ਇਹ ਜਿਹੜੀਆਂ ਗੱਲਾਂ ਬਾਤਾਂ। ਇਨਸਾਨ ਚਲਿਆ ਜਾਂਦਾ, ਕਹਿੰਦੇ ਨੇ ਜਦੋਂ ਥੋੜਾ ਨੂੰ ਬਾਅਦ ਵਿੱਚ ਅਸੀਂ ਗੱਲਾਂ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਵਾਪਸ ਤਾਂ ਆਉਣਾ ਨਹੀਂ। ਆਪਾਂ ਸੈਲੀਬ੍ਰੇਟ ਕਰਦੇ ਹਾਂ ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੇ ਕੀਤੇ ਹੋਏ ਕੰਮਾਂ ਕਾਰਾਂ ਨੂੰ ਆਪਾਂ ਸੈਲੀਬ੍ਰੇਟ ਕਰੀਏ, ਔਰ ਇਹਦੇ ਤੋਂ ਲਰਨ ਕਰੀਏ ਆਪਾਂ ਵੀ ਕੁਛ, ਵੀ ਅਸੀਂ ਵੀ ਕੁਛ ਟਾਈਮ ਕੱਢੀਏ। ਜ਼ਰੂਰੀ ਨਹੀਂ ਕਿਸੇ ਅਦਾਰੇ 'ਚ ਕੱਢ ਲਓ, ਅਸੀਂ ਆਪਣੇ ਪਰਿਵਾਰ ਨਹੀਂ ਪਾਲਣੇ, ਅਸੀਂ ਕਿਸੇ ਲਈ ਵੀ ਕੁਛ ਕਰੀਏ ਤਾਂ ਉਹ ਚੰਗਾ ਜੀ। ਮਿਹਰਬਾਨੀ। ਸੋ ਉਹ ਜੀ ਚਲੋ ਪਰਿਵਾਰ ਨੂੰ ਇੱਕ ਵਾਰੀ ਫਿਰ ਤੋਂ ਸਾਡੇ ਵੱਲੋਂ ਹਮਦਰਦੀ ਹੈ ਜੀ। ਬਹੁਤ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੂੰ ਵਿਦਾ ਕੀਤਾ ਗਿਆ, ਔਰ ਚੜ੍ਹਦੀ ਕਲਾ ਦੇ ਵਿੱਚ ਹੈ ਪਰਿਵਾਰ, ਬੱਚਿਆਂ ਨੇ, ਪੋਤੇ ਪੋਤੀਆਂ ਨੇ, ਹਰਪ੍ਰੀਤ ਨੇ ਬਹੁਤ ਉਹਨਾਂ ਨੂੰ ਭਾਵਭੀਨੀ ਸ਼ਰਧਾਂਜਲੀ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚੋਂ
ਬੁਲਾਰਿਆਂ ਨੇ ਜਿਹੜੀ ਹੈ ਸ਼ਰਧਾਂਜਲੀ ਭੇਜੀ ਹੈ। ਅਸੀਂ ਇੱਕ ਵਾਰੀ ਫਿਰ ਤੋਂ ਸਰਦਾਰ ਸਾਹਿਬ ਨੂੰ ਸਜਦਾ ਕਰਦੇ ਹਾਂ ਜੀ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅਤੇ ਉਹਨਾਂ ਦੀ ਜਿਹੜੀ ਕਮਿਊਨਿਟੀ ਨੂੰ ਦੇਣ ਹੈ ਕਬੱਡੀ ਪ੍ਰਤੀ ਬਹੁਤ ਵੱਡੀ ਦੇਣ। ਬੜੇ ਲਗਨ ਦੇ ਨਾਲ ਉਹ ਕੰਮ ਕਰਿਆ ਕਰਦੇ ਸਨ ਕਬੱਡੀ ਦੇ ਪ੍ਰਤੀ ਵੀ। ਖੈਰ ਅਸੀਂ ਜੇ ਗੱਲ ਕਰੀਏ ਡੀਸੀ ਰੋਡ ਗੁਰਦੁਆਰਾ ਸਾਹਿਬ ਦੀਆਂ ਇਸ ਵਕਤ ਜਿਹੜੀਆਂ ਨੇ ਚੋਣਾਂ ਦਾ ਬਿਗਲ ਵੱਜ ਚੁੱਕਾ। ਹਾਂਜੀ ਉਹ ਜੀ ਦੇਖੋ ਜੀ ਕਨਸਟੀਟਿਊਸ਼ਨ ਅਨੁਸਾਰ ਸਾਰੀਆਂ ਸੰਗਤਾਂ ਨੂੰ ਪਤਾ ਵੀ ਇਹ ਗੁਰਦੁਆਰਾ ਸਾਹਿਬ 3 ਸਾਲ ਬਾਅਦ ਇਲੈਕਸ਼ਨ ਔਰ ਸਿਲੈਕਸ਼ਨ ਹੁੰਦੀ ਹੈ। ਪ੍ਰਬੰਧਕ ਸੰਗਤਾਂ ਜਿਹਨੂੰ ਚਾਹੁਣ ਉਹਨੂੰ ਬਣਾਉਂਦੀਆਂ। ਇਹ ਇੱਕ ਬਹੁਤ ਬਾਖੂਬੀ ਜਿਹੜਾ ਸੰਗਤਾਂ ਜੀ ਬਿਲਕੁਲ ਜਿਹੜਾ ਕਿਉਂਕਿ ਜਿਹੜਾ ਮੈਂਬਰ ਜਿਹੜਾ ਗੁਰਦੁਆਰਾ ਸਾਹਿਬ ਦਾ ਦੇਖੋ ਜੀ ਇੰਟੀਰੀਅਰ ਖਾਲਸਾ ਦਰਬਾਰ ਦਾ ਕੋਈ ਵੀ ਮੈਂਬਰ ਬਣ ਸਕਦਾ ਔਰ ਉਹ ਮੈਂਬਰ ਜਿਹੜਾ ਚਾਹੇ ਤਾਂ ਉਹ ਆਏ ਇਸ ਪ੍ਰਬੰਧਕ ਢਾਂਚੇ ਵਿੱਚ ਆਉਣ ਲਈ ਵੀ ਆਪਣੀ ਐਪਲੀਕੇਸ਼ਨ ਦੇ ਸਕਦਾ। ਫਿਰ ਉਹ ਸੰਗਤਾਂ ਜਿਹਨੂੰ ਬਣਾਉਂਦੀਆਂ ਨੇ ਉਹ ਆ ਕੇ ਸੰਗਤਾਂ ਦੀਆਂ ਸੇਵਾ ਕਰਦੇ ਨੇ। ਸੋ ਉਹਦੇ ਲਈ ਕਨਸਟੀਟਿਊਸ਼ਨ ਦੇ ਅਨੁਸਾਰ ਮਾਰਚ ਦੇ ਐਂਡ ਵਿੱਚ ਕਰਨਾ ਹੁੰਦਾ। 27 ਮਾਰਚ ਨੂੰ ਆਪਾਂ ਉਹ ਡੇਟ ਰੱਖੀ ਹੈ। ਇਲੈਕਸ਼ਨ ਔਰ ਸਿਲੈਕਸ਼ਨ ਜਿਹੜੀ ਵੀ ਹੋਏਗੀ ਉਹਦੇ ਲਈ ਪੈਨਲ ਬਣਾਉਣਾ ਪੈਂਦਾ ਆਪਾਂ ਨੂੰ। ਇਲੈਕਸ਼ਨ ਕਮਿਸ਼ਨਰ ਦਾ ਜਿਹੜਾ ਪੈਨਲ ਆ ਉਹ ਆਲਰੇਡੀ ਬਣ ਚੁੱਕਾ ਜੀ ਤੇ ਉਹਦੇ ਹਿਸਾਬ ਨਾਲ ਜਿਹੜਾ ਹੈਗੀਆਂ ਡੇਟਸ ਮੇਰਾ ਖਿਆਲ 19 ਤਰੀਕ ਜਿਹੜਾ ਬਣਦੀ ਹੈ ਜੀ, ਜਿਹੜਾ ਤੁਸੀਂ ਆਪਣੇ ਐਪਲੀਕੇਸ਼ਨ ਦੇ ਸਕਦੇ ਹੋ 19 ਸ਼ਾਮ ਤੱਕ ਜਿਨ੍ਹਾਂ ਨੇ ਕੈਂਡੀਡੇਟ ਬਣਨਾ। ਅੱਛਾ ਮੈਂਬਰਸ਼ਿਪ ਜਿਹੜੀ ਉਹ ਬੰਦ ਹੋ ਚੁੱਕੀ ਹੈ। ਮੈਂਬਰਸ਼ਿਪ ਵੈਸੇ ਜਿਹੜੀ ਹੈਗੀ ਉਹ ਸਦਾ ਹੀ ਖੁੱਲੀ ਰਹਿੰਦੀ ਹੈ ਪਰ ਕਨਸਟੀਟਿਊਸ਼ਨ ਦੇ ਅਨੁਸਾਰ ਨਾਲ ਜਿਹੜਾ ਜਦੋਂ ਇਲੈਕਸ਼ਨ ਆ ਜਿਨ੍ਹਾਂ ਦੀ ਮੈਂਬਰਸ਼ਿਪ 1 ਸਾਲ ਪਹਿਲਾਂ ਬਣੀ ਹੋਈ ਆ, ਜਿਸ ਤਰ੍ਹਾਂ 22 ਚ ਇਲੈਕਸ਼ਨ ਆ ਗਈ ਆ, ਜਿਨ੍ਹਾਂ ਦੀ 21 ਦਸੰਬਰ ਲਾਸਟ ਨਿਊ ਈਅਰ ਈਵ ਤੱਕ ਬਣੀ ਹੋਈ ਆ ਉਹ ਇਸ ਇਲੈਕਸ਼ਨ 'ਚ ਵੋਟ ਪਾ ਸਕਦੇ ਆ। ਜਿਹੜੇ ਹੁਣ ਬਣਨਗੇ ਉਹ ਅਗਲੀ ਇਲੈਕਸ਼ਨ ਵਿੱਚ ਪਾਉਣਗੇ ਨਾ ਕਿ ਇਸ ਵਿੱਚ ਜੀ। ਤੇ ਤੁਸੀਂ 19 ਤਰੀਕ ਤੱਕ ਜਿਹੜਾ ਆਪਣੇ ਨਾਂ ਦੇ ਸਕਦੇ ਹੋ ਔਰ 20 ਤਰੀਕ ਤੱਕ ਜਿਹੜੇ ਵਾਪਸ ਲੈ ਸਕਦੇ ਹੋ। ਜੇ ਕਿਸੇ ਨੇ ਮਾਈਂਡ ਚੇਂਜ ਹੋ ਗਿਆ 20 ਤਰੀਕ ਤੱਕ ਤੁਸੀਂ 11 ਵਜੇ ਤੱਕ ਵਾਪਸ ਲੈ ਸਕਦੇ ਹੋ। ਉਦੋਂ ਬਾਅਦ ਫਿਰ ਜਿਹੜਾ ਹੈਗਾ ਆ ਉਹ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ 27 ਨੂੰ ਜਿਹੜਾ 9:30 ਵਜੇ ਤੋਂ ਲੈ ਕੇ 6:30 ਵਜੇ ਤੱਕ ਜੇ ਇਲੈਕਸ਼ਨ ਹੁੰਦੀ ਹੈ ਤਾਂ ਉਹਦਾ ਪ੍ਰੋਸੈਸ ਜਿਹੜਾ ਬੈਲਟ ਪੇਪਰ ਰਾਹੀਂ ਵੋਟਰ ਕਮੇਟੀ ਚੋਣ ਹੋਏਗੀ। ਦੁੱਲੇ ਸਾਹਿਬ 2-3 ਸਵਾਲ ਕਰ ਲੈਣੇ ਨਿੱਕੇ ਨਿੱਕੇ ਕਿਉਂਕਿ ਜੇ ਬਹੁਤ ਸਾਰੇ ਨਿਊ ਕਮਰਸ ਨੇ, ਬਹੁਤ ਸਾਰੇ ਨਵੇਂ ਸਰੋਤੇ ਨੇ ਕਿਉਂਕਿ ਸਾਡਾ ਪ੍ਰੋਗਰਾਮ ਇਸ ਵਕਤ ਚੱਲ ਰਿਹਾ ਹੈ। ਇਹਦੀ ਮੈਂਬਰਸ਼ਿਪ ਬਣਨ ਵਾਸਤੇ ਜਿਵੇਂ ਹੁਣ ਤੁਸੀਂ ਵਾਹਿਦ ਕਿਹਾ ਤਾਂ ਫਿਰ ਹੈ ਤਾਂ ਵੈਸੇ ਕਈਆਂ ਨੇ ਸਾਨੂੰ ਕ੍ਰਿਟੀਸਾਈਜ਼ ਹੀ ਕਰਨਾ ਪਰ ਹੈ ਸੱਚ ਵੀ ਇੰਟੀਰੀਅਰ ਖਾਲਸਾ ਦਰਬਾਰ ਡੀਸੀ ਰੋਡ ਗੁਰਦੁਆਰਾ ਸਾਹਿਬ ਦਾ ਕੋਈ ਵੀ ਸੱਜਣ ਮੈਂਬਰ ਬਣ ਸਕਦਾ। ਉਹ ਮੈਂਬਰ 1 ਸਾਲ ਪਹਿਲਾਂ ਜਿਵੇਂ ਦੱਸਿਆ ਰੂਲ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਦਸੰਬਰ 2021 ਨੂੰ ਬਣ ਗਿਆ ਜਿਹੜਾ ਹਾਂਜੀ 22 ਚੱਲਦੀ ਪਈ ਆ ਉਹ ਆਪਣਾ ਚੋਣ ਵੀ ਲੜ ਸਕਦਾ ਹੈ ਵੀ ਮੈਂ ਮਤਲਬ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ ਆਜ਼ਾਦਾਨਾ ਤੌਰ 'ਤੇ ਖੜਾ ਹੋਣਾ ਚਾਹੁੰਦਾ ਜਾਂ ਕਿਸੇ ਧਿਰ ਦੇ ਨਾਲ ਲੜ ਕੇ ਖੜਾ ਹੋਣਾ ਚਾਹੁੰਦਾ ਤੇ ਉਹ ਵੋਟ ਵੀ ਪਾ ਸਕਦਾ। ਪਰ ਜਿਹੜਾ ਹੁਣ ਇਹਨਾਂ ਦੇ ਵਿੱਚ ਮੈਂ ਇਹਦੇ ਵਿੱਚ ਇੱਕ ਕਰੈਕਸ਼ਨ ਕਰ ਦਿਓ ਜੀ ਮੈਂ ਗਲਤ ਜਿਹੜਾ ਜੀ ਤੁਸੀਂ ਬੋਲਿਆ ਉਹਦੇ ਵਿੱਚ ਵੋਟ ਪਾ ਸਕਦਾ ਜਿਹੜਾ ਦਸੰਬਰ ਦੇ ਐਂਡ ਤੱਕ ਬਣਿਆ ਹੋਇਆ। ਜਿਹੜਾ ਕੈਂਡੀਡੇਟ ਆ ਉਹ ਈਅਰ ਬਿਫੋਰ ਦਾ ਮੈਂਬਰ ਹੋਣਾ ਚਾਹੀਦਾ 1 ਸਾਲ ਪਹਿਲਾਂ ਦਾ। ਹਾਂਜੀ 1 ਸਾਲ ਹਾਂਜੀ ਉਹਨਾਂ ਨੂੰ ਸਾਲ ਮਤਲਬ 20 ਦੇ ਵਿੱਚ ਜਿਹੜਾ ਹਾਂਜੀ ਉਹ 20 ਦੇ ਵਿੱਚ ਮੈਂਬਰ ਬਣਿਆ ਹੋਣਾ ਚਾਹੀਦਾ ਜਿਹਨੇ ਤੇ ਜਿਹੜਾ ਵੋਟ ਪਾਉਣ ਵਾਲਾ ਉਹ 21 ਵਿੱਚ ਬਣਿਆ ਹੋਣਾ। ਚਲੋ ਸੌਰੀ ਜੀ ਮੇਰੀ ਮਾਈ ਮਿਸਟੇਕ 2020 ਦੇ ਵਿੱਚ ਤੁਸੀਂ 2 ਸਾਲ ਲਾ ਲਓ ਜੀ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕੁਝ ਚੱਲਦਾ ਕੀ ਕੁਝ ਨਹੀਂ ਚੱਲਦਾ ਵੀ ਮੈਂ ਸੇਵਾ ਕਰਨ ਦੇ ਆਪ ਨੂੰ ਮੈਂ ਸਮਾਂ ਕੱਢ ਸਕਦਾ ਮੈਂ ਨਿਸ਼ਕਾਮ ਸੇਵਾ ਕਰਨੀ ਹੈ। ਅੱਛਾ ਫਿਰ ਆਪਾਂ ਗੱਲ ਕਰਾਂਗੇ ਕਿ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਇਹ ਸੇਵਾ ਕਰਦੇ ਨੇ ਤੇ ਤੁਸੀਂ ਮੈਂਬਰਸ਼ਿਪ ਕਿਵੇਂ ਲੈ ਸਕਦੇ ਹੋ ਕਿੱਦਾਂ ਮੈਂਬਰਸ਼ਿਪ ਦਾ ਕੀ ਪ੍ਰੋਸੀਜਰ? ਮੈਂਬਰਸ਼ਿਪ ਲਈ ਤੁਸੀਂ ਇਸ ਸੰਸਥਾ ਲਈ ਜਿਹਦਾ ਤੁਸੀਂ ਲਾਈਫ ਟਾਈਮ ਮੈਂਬਰ ਬਣਨਾ ਹੁੰਦਾ ਉਹਦਾ ਤੁਹਾਡਾ $1100 ਡੋਨੇਟ ਤੁਹਾਡੇ ਵੱਲੋਂ ਕੀਤਾ ਹੋਇਆ ਹੋਵੇ ਜਾਂ ਫਿਰ ਕਿਸੇ ਹੋਰ ਵੱਲੋਂ ਕੀਤਾ ਹੋਇਆ ਹੋਵੇ ਉਹ ਇੱਕ ਕੰਸੈਂਟ ਫਾਰਮ ਸਾਈਨ ਕਰ ਦੇਵੇ ਵੀ ਆਹ ਜਿਹੜਾ $1100 ਉਹ $1100 ਇੱਕ ਵਾਰੀ ਨਹੀਂ ਹੋਣਾ ਚਾਹੀਦਾ। ਤੁਸੀਂ 10 20 50 $100 ਦੀਆਂ ਰਸੀਦਾਂ ਜਿਹੜੀਆਂ ਕਟਾਉਂਦੇ ਹੋ ਐਜ਼ ਲੌਂਗ ਤੁਹਾਡੇ ਟੋਟਲ ਫੰਡਸ ਜਿਹੜੇ $1100 ਦੇ ਹੋ ਜਾਂਦੇ ਨੇ ਤੁਸੀਂ ਉਹ ਰਸੀਦਾਂ ਪ੍ਰੋਵਾਈਡ ਕਰਨੀਆਂ ਹੁੰਦੀਆਂ ਜੀ। ਆਹ ਦੇਖੋ ਜੀ ਅਸੀਂ ਫੰਡ ਜਿਹੜਾ 1100 ਦਿੱਤਾ ਤੇ ਆਹ ਮੇਰੀ ਐਪਲੀਕੇਸ਼ਨ ਮੈਂ ਮੈਂਬਰ ਬਣਨਾ ਚਾਹੁੰਦਾ। ਜੇ ਕਿਸੇ ਹੋਰ ਨੇ ਫੰਡ ਦਿੱਤੇ ਹੋਏ ਆ ਉਹਦਾ ਇੱਕ ਫਾਰਮ ਹੋਰ ਲੱਗਦਾ ਜੀ ਇਹ ਜਿਹੜੇ ਫੰਡਸ ਮੇਰੇ ਆ ਮੈਂ ਇਸ ਵੀਰ ਜਾਂ ਭੈਣ ਨੂੰ ਅਲਾਓ ਕਰਦਾ ਮੇਰੇ ਫੰਡ ਤੇ ਮੈਂਬਰ ਬਣ ਸਕਦਾ ਜੀ। ਇਹ ਪ੍ਰੋਸੀਜਰ ਆ। ਕੋਈ ਵੀ ਮੈਂਬਰ ਬਣ ਸਕਦਾ ਹੁਣ ਇੱਥੇ ਆ ਗਿਆ ਕੋਈ ਵੀ ਮੈਂਬਰ ਬਣ ਸਕਦਾ ਸਿੱਖ ਬਣ ਸਕਦਾ ਕੋਈ ਵੀ ਬਣ ਸਕਦਾ
ਬਿਲਕੁਲ ਜਿਹੜਾ ਮੈਂਬਰ ਹੈ ਜੀ, ਪਰ ਉਹ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣਾ ਬਿਲੀਵ ਕਰਦਾ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੋਏ, ਉਹ ਮੈਂਬਰ ਬਣ ਸਕਦਾ ਜੀ। ਇਹ ਵੀ ਹੈਗਾ ਜੀ। ਕਿਉਂਕਿ ਸਵਾਲ ਜ਼ਰੂਰੀ ਸੀ, ਸਵਾਲ ਉੱਠਣਾ ਸੀ। ਖੈਰ ਐਨੀਵੇ, $1100 ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕੋ ਦਿਨ ਦੇਣਾ। ਜਿਸ ਦਿਨ ਗੁਰਦੁਆਰਾ ਸਾਹਿਬ ਜਾਂਦੇ ਹੋ, ਤੁਸੀਂ ਚਾਹੋ ਤਾਂ ਗੋਲਕ ਦੇ ਵਿੱਚ ਪਾਉਣੇ ਆ ਤਾਂ ਪਾ ਦਿਓ, ਗੁਪਤਦਾਨ ਹੈ। ਜੇ ਤੁਸੀਂ ਉਹਦੀ 10 20 25 ਕਰਕੇ ਪਰਚੀ ਕਟਾ ਕੇ ਰੱਖਣੀ ਹੈ, ਸਾਂਭ ਕੇ ਰੱਖਣੀਆਂ ਨੇ, ਉਹ ਪਰਚੀਆਂ ਵੀ ਤੁਹਾਡੀਆਂ ਜਿਹੜੀਆਂ ਨੇ ਕਾਊਂਟ ਕਰਕੇ 1100 ਬਣ ਜਾਂਦਾ ਅਤੇ ਤੁਸੀਂ ਇਸ ਗੁਰੂ ਘਰ ਦੇ ਲਾਈਫ ਟਾਈਮ ਮੈਂਬਰ ਬਣ ਸਕਦੇ ਹੋ। ਹੁਣ ਆਈਏ, ਕੋਵਿਡ ਆ ਗਿਆ, ਤੁਹਾਨੂੰ 2 ਸਾਲ ਤੇ ਮੌਕਾ ਮਿਲਿਆ ਮਤਲਬ ਸੇਵਾ ਕਰਨ ਦਾ, 3 ਇਹਦੇ ਵਿੱਚ ਪਹਿਲੇ ਸਾਲ ਦੇ ਵਿੱਚ ਕੀ ਪ੍ਰਾਪਤੀਆਂ ਰਹੀਆਂ, ਕੋਵਿਡ ਦੇ ਦਰਮਿਆਨ ਕੀ ਪ੍ਰਾਪਤੀਆਂ ਰਹੀਆਂ? ਸਭ ਤੋਂ ਵੱਡਾ ਸਵਾਲ ਮੇਰਾ ਇਹ ਹੁੰਦਾ ਕਿ ਸੰਗਤਾਂ ਮਤਲਬ ਗੁਰਦੁਆਰਾ ਸਾਹਿਬ ਜਾਂਦੀਆਂ ਵੀ ਨੇ, ਮੱਥਾ ਵੀ ਟੇਕਦੀਆਂ ਨੇ। ਮੈਨੂੰ ਨਹੀਂ ਪਤਾ ਕਿ ਕਿਸੇ ਗੁਰਦੁਆਰਾ ਸਾਹਿਬ ਦੀ ਮੌਰਗੇਜ ਫ੍ਰੀ ਹੈ, ਗੁਰਦੁਆਰਾ ਸਾਹਿਬ ਮੌਰਗੇਜ, ਕਿਉਂਕਿ ਕਈਆਂ ਦੇ ਤਾਂ ਇੰਡੀਵਿਜੂਅਲ ਵੀ ਹੈਗੇ ਨੇ ਨਾ ਜੀ। ਮਤਲਬ ਆਪਾਂ ਮਿਰਚਾਂ ਲੱਗਣ ਵਾਲੀ ਗੱਲ ਤਾਂ ਫਿਰ ਮੇਰੇ ਮੂੰਹ 'ਚੋਂ ਨਿਕਲ ਜਾਣੀ, ਸੱਚੀ ਆ, ਬਿਲਕੁਲ ਬਿਲਕੁਲ ਸੱਚੀ ਆ ਜੀ, ਸੱਚੀ ਆ। ਤੇ ਫਿਰ ਮਤਲਬ ਕਈਆਂ ਨੂੰ ਨਹੀਂ ਚੰਗੀ ਲੱਗਣੀ, ਉਹਨਾਂ ਤੇ ਸੋਚਣਾ ਵੀ ਇਹ ਮਤਲਬ ਉਹਨਾਂ ਦੇ ਮੁਤਾਬਕ ਤਾਂ ਇਹ ਬਕਵਾਸ ਆ। ਹਾਂਜੀ, ਜਿੱਥੇ ਗੁਰੂ ਗ੍ਰੰਥ ਸਾਹਿਬ ਆ ਉਹ ਸੰਗਤਾਂ ਦਾ, ਤੇ ਮਲਕੀਅਤ ਕਿਸੇ ਇੱਕ ਬੰਦੇ ਦੀ ਗੁਰਦੁਆਰਾ ਸਾਹਿਬ ਦੀ ਜਾਂ 10 ਦੀ ਨਹੀਂ ਹੋ ਸਕਦੀ, ਜਾਂ 20 ਦੀ ਵੀ ਨਹੀਂ ਹੋ ਸਕਦੀ। ਉਹ ਸੰਗਤਾਂ ਦਾ ਗੁਰਦੁਆਰਾ ਸਾਹਿਬ, ਸੰਗਤ ਰੂਪੀ ਦੇ ਵਿੱਚ। ਹਾਂ, ਕਮੇਟੀ 'ਚ ਮੈਂਬਰ ਜਿਹੜੇ ਨੇ ਉਹ ਆਉਣ ਬਦਲਣ, ਅਤੇ ਉਹਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਹੁੰਦੀ ਹੈ, ਇਹ ਬੜੀ ਵੇਖਣ ਵਾਲੀ। ਕਾਰਪੋਰੇਸ਼ਨ ਜੇ ਕਿਸੇ ਨੇ ਖਿਲਾ ਕੇ ਉੱਥੇ ਬ੍ਰਾਂਚਾਂ ਖੋਲ੍ਹ ਲਈਆਂ ਨੇ, ਅਤੇ ਮੈਂ ਸਮਝਦਾ ਕਿ ਇਹਦੋਂ ਵੱਡਾ ਕੋਈ ਅਕਿਰਤ ਘਣ ਹੈ ਨਹੀਂ ਕਿ ਗੁਰੂ ਦੇ ਨਾਂ ਦੇ ਉੱਤੇ, ਗੋਲਕਾਂ ਦੇ ਨਾਂ ਦੇ ਉੱਤੇ ਠੱਗੀਆਂ ਜਿਹੜੀਆਂ ਨੇ ਹੁੰਦੀਆਂ ਨੇ, ਹੋਣਗੀਆਂ ਅਤੇ ਹੁੰਦੀਆਂ ਰਹਿਣੀਆਂ ਨੇ। ਮੇਰੇ ਕਹਿਣ 'ਤੇ ਰੁਕਣੀਆਂ ਨਹੀਂ, ਜਾਂ ਮੇਰੇ ਬੋਲਣ ਦੇ ਨਾਲ ਰੁਕਣੀਆਂ ਨੇ। ਮੇਰੇ ਬੋਲਣ ਦੇ ਨਾਲ ਦੁਸ਼ਮਣ ਮੇਰੇ ਵੱਧ ਸਕਦੇ ਨੇ। ਕੀ ਕਹਿਣਾ ਚਾਹੋਗੇ? ਪਰ ਜਿਹੜੀ ਸੱਚ ਹੈ ਜੀ, ਆਪਾਂ ਤੁਸੀਂ ਕਹਿੰਦੇ ਹੋ ਚਲੋ ਪਾਸ਼ਕ ਹੁੰਦੇ ਆ, ਸ਼ੁਭ ਚਿੰਤਕ ਹੁੰਦੇ ਆ, ਵਿਰੋਧੀ ਵੀ ਹੁੰਦੇ ਆ, ਪਰ ਜਿਹੜਾ ਅਕਸਰ ਜਿਸ ਤਰ੍ਹਾਂ ਤੁਸੀਂ ਧੜੱਲੇਦਾਰ ਆਵਾਜ਼ ਦੇ ਨਾਲ ਜਿਹੜੀ ਗੱਲ ਤੁਸੀਂ ਸ਼ਬਦ ਬੋਲੇ ਆ, ਸੱਚ ਤਾਂ ਅਕਸਰ ਦਿਲਬਾਗ ਸਿੰਘ ਜੀ ਸੱਚ ਹੀ ਰਹਿਣਾ। ਉਹ ਸੰਗਤਾਂ ਨੂੰ ਪਤਾ ਹੁੰਦਾ, ਕਈ ਵਾਰੀ ਅਸੀਂ ਜੱਕ ਜਾਂਦੇ ਆ, ਪਰ ਇੱਥੇ ਜਿਹੜਾ ਹੈਗਾ ਕੰਮਕਾਰ ਪਿਛਲੇ 6 ਸਾਲਾਂ ਦੇ ਵਿੱਚ ਜਦੋਂ ਤੋਂ ਅਸੀਂ ਚਾਰਜ ਸੰਭਾਲਿਆ, ਸਾਨੂੰ ਸੰਗਤਾਂ ਨੇ ਸੇਵਾ ਬਖਸ਼ੀ ਆ, ਬਹੁਤ ਲੰਬੀ ਲਿਸਟ ਹੈ। ਔਰ ਸੰਗਤਾਂ ਆਪ ਆ ਕੇ ਕਹਿੰਦੀਆਂ ਨੇ ਵੀ ਇੰਨੇ ਕੰਮ ਹੋਏ ਨੇ ਬਈ ਜਿਹੜੇ ਕਿ ਆਪਾਂ ਨੂੰ ਕੁਝ ਕਾਰਨਾਂ ਕਰਕੇ ਜੋ ਮਰਜ਼ੀ ਹੋਏ, 15 ਸਾਲ ਰੁਕੇ ਹੋਏ ਸੀ, ਕੰਮ ਨਹੀਂ ਹੋਏ, ਤਾਂ ਉਸ ਤੋਂ ਬਾਅਦ ਇੱਕਦਮ ਸੰਗਤਾਂ ਨੇ ਸਹਿਯੋਗ ਇੰਨਾ ਦਿੱਤਾ ਜੀ। ਮੈਂ ਚਾਵਲਾ ਸਾਹਿਬ, ਮੈਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ। ਕੋਈ ਵੀ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ, ਉਦੋਂ ਕਰਦਿਆਂ ਸਾਰੇ ਹੀ ਇੱਕ ਤਾਂ ਹੁੰਦਾ ਵੀ ਬਾਅਦ ਵਿੱਚ ਫੰਡ ਰੇਜ਼ਿੰਗ ਹੋਣੀ ਹੈ। ਮੈਂ ਇੱਕ ਐਗਜ਼ਾਮਪਲ ਤੁਹਾਨੂੰ ਕੀਰਤਪੁਰ ਪਾਰਕ ਦੀ ਦੇ ਦਿੰਦਾ। ਤੁਹਾਡੇ ਸਰੋਤੇ ਅੱਜ ਇਸ ਵੇਲੇ ਸੁਣ ਰਹੇ ਨੇ, ਤੁਸੀਂ ਇੱਕ ਆਵਾਜ਼ ਮਾਰੀ ਹੈ, ਅੱਜ ਉਹ ਪਾਰਕ ਬਣ ਕੇ ਵੀ, ਪੇਮੈਂਟਾਂ ਵੀ ਹੋ ਕੇ ਵੀ, ਜਿਹੜਾ ਵੀ ਹੋਰ ਵੀ ਕੰਮ ਕਰਕੇ, ਤੁਸੀਂ ਬਿਲੀਵ ਨਹੀਂ ਕਰਨਾ ਵੀ ਜੇ ਕਈ ਵਾਰੀ ਏਅਰ ਤੇ ਤੁਸੀਂ ਅਮਾਊਂਟ ਦੱਸੋ ਤਾਂ ਸੰਗਤਾਂ ਕਹਿੰਦੀਆਂ ਇਹਨਾਂ ਕੋਲ ਤਾਂ ਆਲਰੇਡੀ ਮਾਇਆ ਇੰਨੀ ਪਈ ਹੋਈ ਆ। ਪਰ ਸਾਡੇ ਕੋਲ ਕਦੀ ਅਕਾਊਂਟ ਦੇ ਵਿੱਚ ਇੰਨੀ ਮਾਇਆ ਹਿਸਟਰੀ ਨਹੀਂ ਸੀ ਡਿਕਸੀ ਗੁਰਦੁਆਰੇ ਦੀ, ਜਿੰਨੀ ਇਸ ਵੇਲੇ ਅਕਾਊਂਟ ਦੇ ਵਿੱਚ ਬੈਲੈਂਸ ਪਿਆ ਹੋਇਆ। ਕਿੰਨੀ ਕੁ ਮਾਇਆ ਪਈ ਆ ਜੀ ਗੁਰਦੁਆਰਾ ਸਾਹਿਬ ਦੇ ਅਕਾਊਂਟ 'ਚ? ਸੌਰੀ ਤੁਸੀਂ ਹੁਣ ਮੇਰੇ ਕੋਲ, ਕਿਉਂਕਿ ਮੇਰੇ ਤੇ ਨਾ ਬੜਾ ਇੱਕ ਲੱਗਦਾ ਜੀ, ਧਰਮ ਦੀ ਕਮਾਈ ਖਾਂਦਾ। ਕੱਲ ਪਰਸੋਂ ਮੈਨੂੰ ਤਾਰੀ ਮਿਲਿਆ ਸੀਗਾ ਆਪਣੇ ਅਵਤਾਰ ਰਖੜਾ ਸਾਹਿਬ, ਉਹ ਕਿਤੇ ਬੈਠੇ ਹੋਣਗੇ ਮੰਦਬੁੱਧੀ ਕੋਲੋਂ, ਉਹ ਜੀ ਧਰਮ ਦੀ ਗੱਲ ਕਰਦੇ ਹੋ। ਮੈਂ ਕਿਹਾ ਮੈਂ ਕਰਦਾ, ਠੋਕ ਕੇ ਕਰਦਾ, ਮੈਂ ਆਪਣੇ ਧਰਮ ਦੀ ਮੈਨੂੰ ਮਾਣ ਆ, ਮੈਂ ਸਿੱਖ ਧਰਮ 'ਚ ਪੈਦਾ ਹੋਇਆ, ਮੈਂ ਦੂਜੇ ਧਰਮਾਂ ਦਾ ਆਪਣੇ ਧਰਮ ਨਾਲੋਂ ਜ਼ਿਆਦਾ ਸਤਿਕਾਰ ਕਰਦਾ। ਕਿਉਂਕਿ ਬੰਦਾ ਹੀ ਉਹ ਜਾਂ ਦੂਜੇ ਧਰਮਾਂ ਦਾ ਨਾਲ ਸਤਿਕਾਰ ਕਰੇ। ਕਿਸੇ ਨੇ ਕਦੇ ਕਿਸੇ ਰੰਗਲਾ ਪੰਜਾਬ ਦੇ ਕਿਸੇ ਧਰਮ ਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਕਰੀ, ਨਾ ਆਪਣੇ ਦੇਸ਼ ਦੇ ਖਿਲਾਫ ਕਦੀ ਬੋਲਣ ਦਿੱਤਾ, ਨਾ ਬੋਲਿਆ। ਹਾਂ, ਕ੍ਰਿਟੀਸਾਈਜ਼ ਕਰਨਾ ਉਹ ਸਾਡਾ ਧਰਮ ਹੈ, ਉਹ ਸਾਡਾ ਫਰਜ਼ ਹੈ। ਉਹ ਜਿਹੜੇ ਤਲਵੇ ਚੱਟ ਲੋਕ ਹੁੰਦੇ ਨੇ, ਮਤਲਬ ਪਖੰਡੀ ਸਾਧਾਂ ਦੇ, ਪਖੰਡੀ ਲਾਣਿਆਂ ਮਗਰ ਤੁਰੇ ਫਿਰਦੇ ਨੇ, ਆਪ ਵੀ ਤੁਰੇ ਫਿਰਦੇ, ਧੀਆਂ ਪੁੱਤਾਂ ਨੂੰ ਲਈ ਫਿਰਦੇ ਨੇ, ਉਹਨਾਂ ਨੂੰ ਇਹ ਪ੍ਰੋਗਰਾਮ ਚੁਭੀ ਜਾਵੇ। ਆਈ ਡੋਂਟ ਕੇਅਰ। ਹਾਂਜੀ, 25 ਸਾਲ ਲੰਘ ਜਾਣ, 29 ਅਪ੍ਰੈਲ ਨੂੰ ਮੈਨੂੰ ਤਾਂ ਸੁਪਨਾ ਸੀ 25 ਪੂਰੇ ਕਰ ਲਈਏ, ਉਦੋਂ ਬਾਅਦ ਆਜ਼ਾਦ ਵੀ ਹੋ ਜਾਈਏ ਤੇ ਨੋ ਪ੍ਰੋਬਲਮ। ਕਹਿਣ ਤੋਂ ਮੇਰਾ ਭਾਵ ਇਹ ਆ ਕਿ ਮੈਂ ਫਿਰ ਥੋੜ੍ਹਾ ਜਿਹਾ ਲੈ ਹੀ ਲਵਾਂ। ਤੁਸੀਂ ਹੈ ਨਾ, ਤੁਸੀਂ ਮੈਨੂੰ ਲੱਗਦਾ ਜਿਹੜਾ ਸਾਡੇ ਟਰਾਈਅਰ ਨੇ ਦੱਸਣਾ ਹੁੰਦਾ ਨਾ ਨੰਬਰਿੰਗ ਵਗੈਰਾ, ਉਹ ਆਪਾਂ ਚਲੋ ਏਦਾਂ ਕਰ ਲੈਂਦੇ ਆ, ਚਲੋ ਥੋੜਾ ਮਿਲੀਅਨ ਸਹੀ ਨੰਬਰ ਤਾਂ ਜਿਹੜੇ ਹੁੰਦੇ ਆ, ਪੁਆਇੰਟ ਲਾ ਕੇ ਇੰਨੇ ਪੁਆਇੰਟ ਇੰਨੇ ਅਕਾਊਂਟ 'ਚ, ਉਹ ਤਾਂ ਸਾਡੇ ਟਰਾਈਅਰ ਸਾਹਿਬ ਦੱਸ ਸਕਦੇ ਆ। ਮੈਂ ਇੰਨਾ ਦੱਸ ਸਕਦਾ, ਤੁਸੀਂ more than $500,000 ਦਾ ਆਪਾਂ ਪਾਰਕ ਬਣਾਇਆ, ਜਿਹੜਾ ਦਿਲੋਂ ਪਿਛਲੇ ਸਾਲ ਬਣਾਇਆ।
ਫੰਡ ਰੇਜ਼ਿੰਗ ਕੀਤੀ, ਪੇਡ ਹੋ ਕੇ ਅੰਦਰ ਜੋ ਕੁਝ ਵੀ ਕੰਮ ਕੀਤੇ ਆ ਸਾਰੇ ਹਾਲ ਸਾਰਾ ਹੀ ਆਪਾਂ ਖੋਲ ਦਿੱਤਾ, ਵਾਸ਼ਰੂਮ ਰੈਨੋਵੇਸ਼ਨ ਹੋ ਗਈ। ਔਰ ਸੱਚਖੰਡ ਜਿਹੜਾ ਇਸ ਵੇਲੇ ਉਹਦਾ ਸਟਰਕਚਰ ਖੜਾ, ਸੰਗਤਾਂ ਦੇਖ ਰਹੀਆਂ ਇਸ ਵੇਲੇ ਸਟਰਕਚਰ ਖੜਾ ਹੋ ਗਿਆ। ਔਰ ਸੱਚਖੰਡ ਵੱਡਾ ਹੋ ਰਿਹਾ ਕਿਉਂਕਿ ਇਸ ਵੇਲੇ ਸੂਨਰ ਜਿਹੜਾ ਆ ਜਿਹੜੀ ਪ੍ਰਿੰਟਿੰਗ ਪ੍ਰੈਸ ਉਹ ਵੈਨਕੂਵਰ ਸ਼੍ਰੋਮਣੀ ਕਮੇਟੀ ਦਾ ਵਫਦ ਆਇਆ ਸੀ, ਉਹ ਤਕਰੀਬਨ ਉੱਥੇ ਪ੍ਰੂਵ ਕਰ ਗਏ ਆ। ਤੇ ਆਪਣੇ ਡਿਕਸੀ ਗੁਰਦੁਆਰਾ ਸਾਹਿਬ ਇੱਧਰ ਲੋਕੇਸ਼ਨ ਹੋ ਗਈ, ਸਾਰੇ ਗੁਰੂ ਸਾਹਿਬ ਦੇ ਸਰੂਪ ਇੱਥੇ ਆਇਆ ਕਰਨਗੇ। ਇੱਥੋਂ ਆਪਾਂ ਸਾਰੀ ਸੇਵਾ ਕਰਿਆ ਕਰਾਂਗੇ ਈਸਟ ਸਾਈਡ ਤੇ। ਉਹਦੇ ਲਈ ਸੱਚਖੰਡ ਆਪਾਂ ਨੂੰ ਵੱਡਾ ਚਾਹੀਦਾ ਸੀ, ਉਹ ਬਣ ਰਿਹਾ। ਸੋ ਇਸ ਵੇਲੇ ਜਿਹੜਾ ਤੁਸੀਂ ਮੈਨੂੰ ਜਿਹੜਾ ਕੁਐਸਚਨ ਘੁਮਾ ਕੇ ਤੁਸੀਂ ਲੈ ਕੇ ਆਉਣਾ ਮੀਡੀਆ ਵਾਲਿਆਂ ਨੇ, ਮੈਂ ਹੁਣ ਜਿਹੜੀ ਗੱਲ ਸਿੱਧੀ ਦੱਸ ਦਿੰਦਾ, ਇਸ ਵੇਲੇ ਤਕਰੀਬਨ ਜੀ ਗੁਰਦੁਆਰਾ ਸਾਹਿਬ ਦੇ ਅਕਾਊਂਟ 'ਚ $12 ਲੱਖ ਪਿਆ ਹੋਇਆ। ਵਾਹ ਜੀ, ਮਤਲਬ ਹੁਣ ਤਾਂ ਛੋਟਾ ਜਿਹਾ ਚੈੱਕ ਲੈ ਕੇ ਆਉਣਾ ਪੈਣਾ। ਇਹ ਇੰਟੀਰੀਅਰ ਖਾਲਸਾ ਦਰਬਾਰ ਨੂੰ ਮਹਾਰਾਜ ਨੇ ਇੱਥੇ ਜੀ ਬਖਸ਼ਿਸ਼ਾਂ ਇੰਨੀਆਂ ਤੇ ਮੈਂ ਤਾਂ ਹੱਥ ਦੋਨੇ ਜੋੜ ਕੇ ਇਸ ਵੇਲੇ ਉਸ ਸਤਿਗੁਰ ਦਾ ਧਿਆਨ ਕਰਕੇ ਕਹਿਣਾ, ਪਤਾ ਨਹੀਂ ਕਿਹੜੇ ਸਾਡੇ ਵੱਡੇ ਵਡੇਰਿਆਂ ਨੇ, ਬਜ਼ੁਰਗਾਂ ਨੇ ਸ਼ੁਰੂਆਤ ਕੀਤੀ, ਗਾਏ ਬਗਾਏ ਜਿੰਨੇ ਵੀ ਕਮੇਟੀਆਂ ਆਈਆਂ ਸਾਰਿਆਂ ਨੇ ਆਪਣਾ ਜ਼ੋਰ ਲਾਇਆ ਜੀ ਇਹਨੂੰ ਵਧੀਆ ਬਣਾਉਣ ਲਈ, ਕੋਈ ਘੱਟ ਨਹੀਂ ਕਰਦਾ। ਜੇ ਅੱਜ ਅਸੀਂ ਕਹਿੰਦੇ ਆ ਅਸੀਂ ਨਹੀਂ ਜ਼ੋਰ ਲਾਇਆ ਉਹਨਾਂ ਨੇ ਵੀ ਆ। ਜੇ ਕਹਿੰਦੇ ਨੇ ਬਜ਼ੁਰਗਾਂ ਨੇ ਜਦੋਂ ਲੋੜ ਸੀ ਬਾਲੇ ਪਾ ਕੇ ਸਾਰ ਲਿਆ, ਫਿਰ ਲੈਂਟਰ ਲੱਗ ਗਿਆ, ਕੋਠੀਆਂ ਬਣ ਗਈਆਂ, ਟਾਈਮ ਟੂ ਟਾਈਮ ਸਾਰਾ ਕੁਝ ਹੀ ਚੇਂਜ ਹੁੰਦਾ। ਉਦੋਂ ਚਾਵਲਾ ਸਾਹਿਬ ਮੈਂ ਰਜਿਸਟਰ ਪੜ੍ਹਦਾ ਸੀ, ਕੋਈ ਮੇਰੇ ਕੋਲ ਸਾਰੀ ਹਿਸਟਰੀ ਪਈ ਆ। ਕੋਈ ਟਾਈਮ ਸੀ ਨਵੇਂ ਜਿਹੜਾ ਪੁਰਾਣਾ ਘਰ ਸ਼ੁਰੂਆਤ ਕੀਤੀ, ਉੱਥੇ ਲਿਖਿਆ ਗਿਆ ਸੰਗਤਾਂ ਕੋਲੋਂ ਡੋਨੇਸ਼ਨ ਇਕੱਠੀ ਗਈ, ਅੱਜ ਕੀਤੀ ਗਈ $40 ਡੋਨੇਸ਼ਨ ਇਕੱਠੀ ਹੋਈ, ਉਹਦੇ ਵਿੱਚੋਂ $35 ਦਾ ਹੋਮ ਡੀਪੋ ਚੋਂ ਆਹ ਮਟੀਰੀਅਲ ਫਲੋਰ ਚੇਂਜ ਕੀਤੀ ਗਈ। ਤੁਸੀਂ ਉਦੋਂ ਵੈਲਿਊ ਦੇਖੋ ਮਨੀ ਦੀ, ਤੇ ਔਰ ਤੁਸੀਂ ਬਣਿਆ ਕੀ ਤੁਸੀਂ ਉਹਨਾਂ ਕੰਪੇਅਰ ਹੁਣ ਤਾਂ ਨਹੀਂ ਕਰ ਸਕਦੇ ਨਾ, ਹੁਣ ਸਾਰਾ ਕੁਝ ਆਈ। ਤੇ ਇਹ ਉਹ ਸਾਡੇ ਵੱਡੇ ਵਡੇਰਿਆਂ ਨੂੰ ਸਲੂਟ ਆ ਜੀ, ਜਿਨ੍ਹਾਂ ਨੇ ਵੀ ਅੱਜ ਤੱਕ ਇਸ ਦਰਬਾਰ ਦੀ ਸੇਵਾ ਕੀਤੀ। ਸੰਗਤਾਂ ਨੂੰ ਵੀ ਸਲੂਟ ਆ, ਔਰ ਜਿੰਨੇ ਸੇਵਾਦਾਰ ਆਏ ਸਾਰਿਆਂ ਨੂੰ ਸਲੂਟ ਆ। ਗੁਰੂ ਮਹਾਰਾਜ ਕਿਰਪਾ ਕਰੇ ਇਸ ontario ਖਾਲਸਾ ਦਰਬਾਰ ਨੂੰ ਅੱਜ ਦੁਨੀਆ ਤੇ ਇਹਦਾ ਨਾਂ ਆ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਬਖਸ਼ੇ। ਸੋ ਜਿਹੜੇ ਵੀ ਆਉਣ ਵਾਲੇ ਸੇਵਾਦਾਰ ਹੋਣ ਇਸੇ ਤਰ੍ਹਾਂ ਇਸ ਦਰਬਾਰ ਨੂੰ ਵਧੀਆ ਤੋਂ ਵਧੀਆ ਬਣਾਉਣ, ਤੇ ਸੰਗਤਾਂ ਦਾ ਜਿਹੜਾ ਆਉਣ ਦਾ ਤੁਸੀਂ ਦੇਖ ਸਕਦੇ ਹੋ, ਜਦੋਂ ਮਰਜ਼ੀ ਚੱਲ ਜਾਓ, ਦਿਨ ਰਾਤ ਗੁਰੂ ਕੇ ਲੰਗਰ ਚੱਲਦੇ ਆ। ਔਰ ਲੋਕਡਾਊਨ ਦੇ ਵਿੱਚ ਜਿਹੜਾ ਆ ਪੈਕ ਕਰਕੇ ਫੂਡ ਇਸ ਦਰਬਾਰ 'ਚ ਸਾਡੇ ਸੇਵਾਦਾਰਾਂ ਨੇ, ਸਾਡੇ ਪ੍ਰਚਾਰਕਾਂ ਨੇ ਜਿੰਨੀ ਸੇਵਾ ਕੀਤੀ ਆ। ਸੋ ਸਾਰੀ ਪ੍ਰਬੰਧਕ ਕਮੇਟੀ ਜਿੰਨੇ ਵੀ ਸਾਡੇ ਸਾਰੇ 11 ਡਾਇਰੈਕਟਰ ਦੇ ਤੌਰ ਤੇ ਮੈਂ ਅੱਜ ਸੰਗਤਾਂ ਦੇ ਚਰਨਾਂ 'ਚ, ਜਦੋਂ ਇਲੈਕਸ਼ਨ ਅਨਾਉਂਸ ਹੋ ਜਾਂਦੀ ਆ, ਕਮਿਸ਼ਨਰ ਬਣ ਗਿਆ, ਸੋ ਮੈਂ ਤਾਂ ਇਹੀ ਹੱਥ ਜੋੜ ਕੇ ਸਾਰੀਆਂ ਸੰਗਤਾਂ ਦਾ ਦਿਲੋਂ ਆਪਣਾ ਇੰਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੇਵਾ ਬਖਸ਼ੀ ਸੀ। ਸੋ ਕੋਈ ਭੁੱਲ ਚੁੱਕ ਹੋ ਗਈ ਹੋਵੇ ਨਾਲ ਦੀ ਨਾਲ ਹੀ, ਜਦੋਂ ਤੁਸੀਂ ਪ੍ਰਬੰਧ ਕਰਦੇ ਆ ਤਰੁੱਟੀਆਂ ਰਹਿ ਜਾਂਦੀਆਂ, ਜਦੋਂ ਸਾਡੇ ਕੋਈ ਗੈਸਟ ਆਉਣੇ ਆ, ਘਰ ਵਿੱਚ ਆਉਣੇ, ਹੁਣ ਬਾਅਦ 'ਚ ਆਪਾਂ ਸੋਚਦੇ ਆਪਾਂ ਆਹ ਨਹੀਂ ਹੋਇਆ, ਸਾਡੇ ਕੋਲ ਆਹ ਨਹੀਂ ਹੋਇਆ। ਸਾਡੇ ਕੋਲ ਵੀ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਧੰਨਵਾਦ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਸਾਡੇ ਕੋਲ ਸੇਵਾ ਪਿਛਲੇ 6 ਸਾਲ ਲਈ ਆ। ਆਉਣ ਵਾਲੇ ਜਿਹੜੇ ਵੀਰ ਹੋਣਗੇ, ਜਿੱਦਾਂ ਵੀ ਜਿਹੜੀ ਸੰਗਤਾਂ ਚਾਹਣਗੀਆਂ, ਸੋ ਉਹ ਆਉਣ ਵਾਲੀ ਸੇਵਾ 27 ਤਰੀਕ ਨੂੰ ਸਾਂਭਣਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।